ਮਾਣਯੋਗ ਪ੍ਰਧਾਨ ਜੀ ਤੇ ਦੋਸਤੋ, ਮੈਂ ਇਸ ਵਿਸ਼ੇ ਬਾਰੇ ਜਦੋਂ ਸੋਚਣਾ ਸ਼ੁਰੂ ਕੀਤਾ, ਮੈਂ ਮਹਿਸੂਸ ਕੀਤਾ ਕਿ ਇਹ ਤਾਂ ਬਹੁਤ ਔਖੀ ਗੱਲ ਹੈ। ਗਿਆਨ ਦਾ ਸੰਕਲਪ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਹੋ ਸਕਦਾ ਹੈ, ਇਹ ਆਪਣੇ ਆਪ 'ਚ ਸਪਸ਼ਟ ਨਹੀਂ ਹੈਗੀ ਗੱਲ। ਕਾਰਨ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਸ਼ਾਸਤਰ ਨਹੀਂ, ਕਾਵਯ ਹੈ, ਬਾਣੀ ਹੈ। ਇਹਦੀ ਜਿਹੜੀ ਪ੍ਰਕਿਰਤੀ ਹੈ ਉਹ ਦਾਰਸ਼ਨਿਕ ਚਿੰਤਨ ਵਾਲੀ ਨਹੀਂ, ਅਨੁਭਵ, ਜਿਹਨੂੰ ਵਿਸਮਾਦੀ ਅਨੁਭਵ ਗੁਰੂ ਭਗਤ ਸਿੰਘ ਹੋਰਾਂ ਨੇ ਕਿਹਾ ਹੈ, ਉਹ ਵਿਸਮਾਦੀ ਅਨੁਭਵ ਵਿੱਚ ਉਚਾਰੇ ਗਏ ਬੋਲ ਨੇ, ਬਾਣੀ ਹੈ। ਤੋ ਜੇ ਦਰਸ਼ਨ ਸ਼ਾਸਤਰ ਹੁੰਦਾ ਗੁਰੂ ਸਾਹਿਬਾਨ ਨੇ ਰਚਿਆ ਤਾਂ ਬੜੇ ਸੌਖੇ ਢੰਗ ਨਾਲ ਉਹਨਾਂ ਨੇ ਖੁਦ ਹੀ ਸਮਝਾ ਦੇਣਾ ਸੀ ਵੀ ਸਾਡਾ ਗਿਆਨ ਦਾ ਸੰਕਲਪ ਕੀ ਹੈ। ਮਸਲਾ ਇਹ ਹੈ ਕਿ ਫਿਰ ਅਸੀਂ ਜਿਹੜਾ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼, ਜਿਹੜੀ ਜਵੱਦੀ ਟਕਸਾਲ ਹੈ, 1991 ਤੋਂ ਮੈਂ ਇਸ ਦੇ ਨਾਲ ਜੁੜਿਆ ਹੋਇਆ ਹਾਂ। ਇਹਨੇ ਜਿਹੜੀ ਇਹ ਪ੍ਰਥਾ ਕਾਇਮ ਕੀਤੀ ਹੈ ਬਹੁਤ ਹੀ ਖੂਬਸੂਰਤ ਹੈ, ਬਹੁਤ ਹੀ ਸਾਰਥਕ ਹੈ। ਔਰ ਇਸ ਦੀ ਸਾਰਥਕਤਾ ਦੇ ਜਿਹੜੇ ਸੂਤਰ ਨੇ ਉਹ ਸਾਡੀ ਪਰੰਪਰਾ ਵਿੱਚ ਪਏ ਹੋਏ ਨੇ। ਉਹ ਪਰੰਪਰਾ ਸਾਡੀ ਜਿਹੜੀ ਹੈ ਹਿੰਦੁਸਤਾਨ ਦੀ ਧਰਤੀ ਦੇ ਉੱਪਰ, ਉਹ ਹੈ ਸਰਬ ਧਰਮ ਸਮਭਾਵ। ਉਹਨੂੰ ਅਸੀਂ ਇਹ ਵੀ ਕਹਿ ਸਕਦੇ ਹਾਂ ਸਰਬ ਧਰਮ ਸਦਭਾਵ, ਕਿ ਸਾਰੇ ਧਰਮਾਂ ਨੂੰ ਇਕੱਠਿਆਂ ਬੈਠ ਕੇ ਵਿਚਾਰਨ ਦਾ ਮੌਕਾ ਪ੍ਰਦਾਨ ਕਰਨਾ, ਤਾਂ ਕਿ ਅਸੀਂ ਇੱਕ ਦੂਸਰੇ ਦੇ ਪ੍ਰਤੀ ਜਿਹੜੇ ਸ਼ੰਕੇ ਨੇ, ਇੱਕ ਦੂਸਰੇ ਦੇ ਪ੍ਰਤੀ ਜਿਹੜਾ ਸਾਡਾ ਅਗਿਆਨ ਹੈ, ਉਸ ਨੂੰ ਦੂਰ ਕਰਕੇ ਸਦਭਾਵ ਦੇ ਵਿੱਚ ਜੁੜ ਸਕੀਏ। ਇਹ ਕੰਮ ਗੁਰੂ ਸਾਹਿਬਾਨ ਨੇ ਕੀਤਾ ਸੀ। ਜਦੋਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸਾਜਨਾ ਕੀਤੀ ਸੀ ਤਾਂ ਉਹਨਾਂ ਦੇ ਸਾਹਮਣੇ ਉਦੇਸ਼ ਨਾ ਤਾਂ ਇਹ ਪੰਜਾਬ ਸੀ, ਨਾ ਪੰਜਾਬੀ ਬੋਲੀ ਸੀ। ਸਿਰਫ ਪੰਜਾਬ ਦੀ ਧਰਤੀ 'ਤੇ ਰਚਿਆ ਗਿਆ ਗੁਰੂ ਗ੍ਰੰਥ ਸਾਹਿਬ, ਲੇਕਿਨ ਤੁਸੀਂ ਦੇਖੋ ਕਿ ਹਿੰਦੁਸਤਾਨ ਦੇ ਕੋਨੇ-ਕੋਨੇ ਤੋਂ ਔਰ 5 ਸਦੀਆਂ ਦੇ ਵਿੱਚ ਫੈਲੇ ਹੋਏ ਭਗਤਾਂ ਦੀ ਰਚਨਾ ਨੂੰ ਸਮੋ ਕੇ ਜਿਹੜਾ ਗ੍ਰੰਥ ਤਿਆਰ ਕੀਤਾ ਹੈ, ਉਹ ਇੱਕ ਯੂਨੀਕ ਗ੍ਰੰਥ ਹੈ। ਉਹ ਮੈਂ ਇਹ ਸਮਝਦਾ ਅੱਜ ਦੀ ਅਗਰ ਬੋਲੀ ਵਿੱਚ ਕਿਹਾ ਜਾਵੇ ਕਿ ਇਹ ਗਿਆਨ ਦਾ ਪ੍ਰਵਚਨ ਹੈ। ਜਿਸ ਤਰ੍ਹਾਂ ਵੇਦ ਹੈ, ਉੱਥੋਂ ਗਿਆਨ ਦੇ ਪ੍ਰਵਚਨ ਦੀ ਸ਼ੁਰੂਆਤ ਹੁੰਦੀ ਹੈ, ਉਹ ਵੀ ਪੰਜਾਬ ਦੀ ਧਰਤੀ 'ਤੇ ਰਚਿਆ ਗਿਆ। ਅਤੇ ਜਿਵੇਂ ਕਪਿਲ ਕਪੂਰ ਜੀ, ਜਿਨ੍ਹਾਂ ਨੂੰ ਮੈਂ ਆਪਣਾ ਗੁਰੂ ਮੰਨਦਾ, ਕਿਉਂਕਿ ਇਹਨਾਂ ਦਾ ਚਿੰਤਨ ਜਿਹੜਾ ਹੈ ਉਹ ਜੋੜਨ ਵਾਲਾ ਹੈ। ਸਾਡੇ ਦੇਸ਼ ਦੀ ਇਸ ਧਰਤੀ ਦੇ ਉੱਪਰ ਜਿੰਨੀਆਂ ਵੀ ਬੌਧਿਕ ਪਰੰਪਰਾਵਾਂ ਪੈਦਾ ਹੋਈਆਂ ਨੇ, ਉਹਨਾਂ ਦੇ ਅੰਦਰ ਜਿਹੜਾ ਸੰਵਾਦ ਤੁਰਦਾ ਹੈ, ਉਸ ਸੰਵਾਦ ਨੂੰ ਫਿਰ ਅੱਗੇ ਤੋਰਨ ਦੀ ਜ਼ਰੂਰਤ ਹੈ। ਉਹਨਾਂ ਨੇ ਕਿਹਾ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਉਹ ਵੇਦ ਦੀ ਪਰੰਪਰਾ ਦੇ ਵਿੱਚ ਇੱਕ ਗਿਆਨ ਦਾ ਪ੍ਰਵਚਨ ਹੈ। ਸਵੇਰੇ ਗੱਲ ਬੜੀ ਖੂਬਸੂਰਤ ਹੋਈ ਸੀ, ਉਹ ਵੀ ਨਾਲ ਧਿਆਨ 'ਚ ਰੱਖਣ ਦੀ ਲੋੜ ਹੈ ਕਿ ਜੇ ਵੇਦ ਦੇ ਵਿੱਚ ਸਾਰਾ ਗਿਆਨ ਮਿਲ ਗਿਆ ਤਾਂ ਫਿਰ ਗ੍ਰੰਥ ਦੀ ਕੀ ਲੋੜ ਪੈ ਗਈ। ਇੱਥੇ ਇਹ ਗੱਲ ਬੜੀ ਇੰਪੋਰਟੈਂਟ ਹੈ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਉਹ ਗਿਆਨ ਦਾ ਅਜਿਹਾ ਪ੍ਰਵਚਨ ਹੈ ਜਿਹੜਾ ਆਪਣੇ ਵਿਰਸੇ ਨਾਲ ਸੰਵਾਦ ਰਚਾਉਂਦਾ ਹੈ ਅਤੇ ਆਪਣੇ ਵਰਤਮਾਨ ਦੇ ਨਾਲ ਸੰਵਾਦ ਰਚਾਉਂਦਾ। ਹਰ ਜਿਹੜੀ ਪੀੜ੍ਹੀ ਹੈ ਉਸ ਨੇ ਜ਼ਿੰਦਗੀ ਆਪਣੇ ਖਾਸ ਸਮੇਂ ਅਤੇ ਸਥਾਨ ਦੇ ਵਿੱਚ ਜਿਉਣੀ ਹੁੰਦੀ ਹੈ, ਅਤੇ ਜੇ ਉਹ ਆਪਣੇ ਪੁਰਖਿਆਂ ਦੇ ਵਚਨਾਂ ਨੂੰ ਇੰਨ ਬਿੰਨ ਲਏਗਾ, ਉਹਦਾ ਕੰਮ ਨਹੀਂ ਚੱਲੇਗਾ। ਉਹਨਾਂ ਵਚਨਾਂ ਨੂੰ ਦੁਬਾਰਾ ਪੜ੍ਹਨ ਦੀ ਲੋੜ ਹੈ, ਉਹਨਾਂ ਦੀ ਨਵੀਂ ਵਿਆਖਿਆ ਕਰਨ ਦੀ ਲੋੜ ਹੈ। ਜਿਵੇਂ ਜਿਹੜਾ ਅੱਜ ਪੱਛਮ ਦੇ ਵਿੱਚ ਗਿਆਨ ਸ਼ਾਸਤਰ ਵਿਕਸਿਤ ਹੋ ਰਿਹਾ, ਜਿਵੇਂ ਗੁਰੂ ਭਗਤ ਸਿੰਘ ਹੋਰਾਂ ਨੇ ਕਿਹਾ, ਸਾਨੂੰ ਉਹਨੂੰ ਵੀ ਆਪਣੇ ਧਿਆਨ 'ਚ ਰੱਖਣ ਦੀ ਲੋੜ ਹੈ ਕਿ ਸਾਨੂੰ ਕੀ ਕਹਿ ਰਹੇ ਨੇ ਅਤੇ ਸਾਡੇ ਪੁਰਖਿਆਂ ਨੇ ਕੀ ਕਿਹਾ ਹੈ। ਜਿਹੜੀ ਗੱਲ ਅੱਜ ਕਹਿ ਰਹੇ ਨੇ, ਅਗਰ ਉੱਤਰ ਆਧੁਨਿਕ ਚਿੰਤਨ ਦੀ ਅਸੀਂ ਗੱਲ ਕਹਿੰਦੇ ਹਾਂ, ਉਹ ਉੱਤਰ ਆਧੁਨਿਕ ਚਿੰਤਨ ਨੇ ਇਹੋ ਗੱਲ ਸਥਾਪਿਤ ਕੀਤੀ ਹੈ ਕਿ ਗਿਆਨ ਦਾ ਇੱਕੋ ਇੱਕ ਢੰਗ ਨਹੀਂ, ਉਹਦੇ ਇੱਕ ਸਮਾਨਾਂਤਰ ਗਿਆਨ ਪ੍ਰਬੰਧ ਨੇ। ਇਹ ਗੱਲ ਅੱਜ ਕਹਿ ਰਹੇ ਨੇ, ਅਤੇ ਲੇਕਿਨ ਗੁਰੂ ਸਾਹਿਬਾਨ ਨੇ, ਸਾਡੇ ਰਿਸ਼ੀਆਂ ਨੇ ਜਦੋਂ ਕਿਹਾ ਕਿ ਏਕਮ ਸਦ ਵਿਪਰ ਬਹੁਧਾ ਵਦੰਤੀ, ਗੁਰੂ ਸਾਹਿਬ ਕਹਿੰਦੇ ਨੇ ਏਕਾ ਸੁਰਤ ਜੇਤੇ ਹੈ ਜੀ, ਸੁਰਤ ਵਿਹੂਣਾ ਕੋਈ ਨਾ ਕੀ। ਜਾਂ
ਜਿਹਦੇ ਵਿੱਚ ਗੱਲ ਹੁਣ ਕਰਦੇ ਨੇ ਕਿ ਜਿਹੜੇ ਬੰਦੇ ਨੂੰ ਜੋ ਕੁਛ ਪ੍ਰਭੂ ਨੇ ਦਿੱਤਾ ਹੈ ਉਹਦੇ ਮੁਤਾਬਕ ਹੀ ਉਹ ਵਰਨਤ ਭਿੰਨ ਭਿੰਨ ਤੋਹੇ ਤੇਤੀ। ਉਸ ਪਹਿਲੀ ਲਾਈਨ ਜਿਹੜੀ ਹੈਗੀ ਹੈ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ। ਇਹਦੇ 'ਚ ਤੁਸੀਂ ਦੇਖੋ ਇੱਕ ਟ੍ਰੈਡੀਸ਼ਨ ਹੈ ਕਿ ਗਿਆਨ ਨੂੰ ਸਾਡੇ ਇਹਨਾਂ ਮਹਾਂਪੁਰਖਾਂ ਨੇ, ਇਹਨਾਂ ਪੁਰਖਿਆਂ ਨੇ ਗਿਆਨ ਨੂੰ ਕੀਤਾ ਕੀ ਹੈ। ਗਿਆਨ ਦੀ ਪਰਿਭਾਸ਼ਾ ਤਾਂ ਬੜੀ ਸਿੰਪਲ ਹੈ, ਉਹਦੇ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਜਾਣ ਦੀ। ਗਿਆਨ ਨੂੰ ਪਰਮ ਤੇ ਅਪਰਮ ਦੋ ਪੱਧਰ 'ਤੇ ਨਿਖੇੜਿਆ ਰਿਸ਼ੀਆਂ ਨੇ ਵੀ, ਉਪਨਿਸ਼ਦਾਂ ਦੇ ਵਿੱਚ ਵੀ, ਔਰ ਗੁਰੂ ਸਾਹਿਬਾਨ ਨੇ ਵੀ। ਦੋ ਤਰ੍ਹਾਂ ਦਾ ਗਿਆਨ ਹੈ। ਇੱਕ ਉਹ ਗਿਆਨ ਹੈ ਜਿਹੜਾ ਪਰਮ ਗਿਆਨ ਹੈ, ਇੱਕ ਉਹ ਗਿਆਨ ਹੈ ਜਿਹੜਾ ਅਪਰਮ ਹੈ, ਜਿਹੜਾ ਸੰਸਾਰੀ ਗਿਆਨ ਹੈ ਅਤੇ ਉਹਦੇ ਮੁਤਾਬਕ ਜਿਉਣਾ। ਦੋ ਤਰ੍ਹਾਂ ਦੀ ਜ਼ਿੰਦਗੀ ਦਾ ਜਿਹੜਾ ਸਿਰਜਕ ਹੁੰਦਾ ਹੈ, ਉਹ ਵੀ ਸੂਤਰ ਰੂਪ ਵਿੱਚ ਗੁਰੂ ਸਾਹਿਬਾਨ ਵੀ ਗੱਲ ਕਰਦੇ ਨੇ ਕਿ ਲਿਵ ਧਾਤ ਦੋਏ ਰਾਹ ਹੈ। ਅਗਰ ਗਿਆਨ ਦੋ ਤਰ੍ਹਾਂ ਦਾ, ਜੀਵਨ ਢੰਗ ਵੀ ਦੋ ਤਰ੍ਹਾਂ ਦਾ ਹੈ। ਇੱਕ ਢੰਗ ਹੈਗਾ ਲਿਵ ਦਾ, ਡਿਵੋਸ਼ਨ ਦਾ, ਮੈਡੀਟੇਸ਼ਨ ਦਾ, ਉਸ ਪਰਮ ਸੱਚ ਨਾਲ ਜੁੜਨ ਦਾ, ਅਤੇ ਦੂਸਰਾ ਹੈ ਪਦਾਰਥ ਦੇ ਨਾਲ ਜੁੜਨ ਦਾ। ਪਦਾਰਥ ਦੇ ਨਾਲ ਜੁੜਨ ਦਾ ਨਤੀਜਾ ਅਸੀਂ ਦੇਖ ਰਹੇ ਹਾਂ ਕਿ ਅਸੀਂ ਇੱਕ ਖਪਤਕਾਰ ਬਣ ਗਏ ਹਾਂ, ਕੰਜ਼ਿਊਮਰ ਬਣ ਗਏ ਹਾਂ ਅਤੇ ਮਸ਼ੀਨ ਬਣ ਗਏ ਹਾਂ। ਸਾਡੇ ਅੰਦਰ ਦੀ ਜਿਹੜੀ ਇਕਾਗਰਤਾ ਸੀ, ਉਹ ਜਿਹੜੀ ਸਾਡੀ ਚੇਤਨਾ ਸੀ, ਉਹ ਬਿਖਰ ਗਈ ਹੈ। ਇੱਕ ਬਿਖਰਾਓ ਦਾ ਸ਼ਿਕਾਰ ਹੋ ਗਏ ਹਾਂ। ਜਿਹੜੀ ਸਾਡੀ ਨਵੀਂ ਜਨਰੇਸ਼ਨ ਹੈ, ਉਹਦੇ ਕੋਲ ਉਹ ਇਕਾਗਰਤਾ, ਉਹ ਸੰਤੋਖ, ਉਹ ਧੀਰਜ ਉਹ ਨਹੀਂ ਹੈ। ਗੁਰੂ ਸਾਹਿਬ ਜਿਹੜੇ ਜੋ ਗੱਲ ਕਰਦੇ ਨੇ ਕਿ ਧਰਮ ਕੀ ਹੈ, ਗੁਰੂ ਸਾਹਿਬ ਉਸੇ ਟ੍ਰੈਡੀਸ਼ਨ 'ਚੋਂ ਬੋਲਦੇ ਨੇ ਕਿ ਧਰਮ ਤਾਂ ਕੀ ਹੈ, ਧੌਲ ਧਰਮ। ਧਰਮ ਤਾਂ ਧੌਲ ਹੈ, ਮੈਟਾਫਰ ਹੈ। ਧੌਲ ਕੀ ਕਰਦਾ ਹੈ? ਧੌਲ ਜਿਹਦੇ ਉੱਪਰ ਧਰਤੀ ਟਿਕੀ ਹੋਈ ਹੈ। ਅਤੇ ਸਾਡੇ ਜਿਹੜੇ ਰਿਸ਼ੀ ਮੁਨੀ ਉਹ ਕੀ ਕਰ ਰਹੇ, ਧਾਰੀ ਅਤੇ ਇਤੀ ਧਰਮਾ। ਧਰਮ ਉਹ ਹੈ ਜਿਹੜਾ ਧਾਰਨ ਕਰਦਾ ਹੈ, ਜਾਣੀ ਜਿਹੜਾ ਇਨਸਾਨ ਨੂੰ, ਸਮਾਜ ਦੀ ਗੱਲ ਕਰ ਰਹੇ ਸਨ ਡਾਕਟਰ ਗੁਰਬਖਸ਼ ਸਿੰਘ ਹੋਣੀ, ਕਿ ਬੰਦਾ ਵਿਅਕਤੀ ਦੇ ਤੌਰ 'ਤੇ ਅਗਰ ਐਗਜ਼ਿਸਟ ਕਰੇਗਾ, ਟੁੱਟ ਜਾਏਗਾ ਇੱਕ ਦੂਸਰੇ ਕੋਲ, ਰਿਸ਼ਤੇ ਨਾਤੇ ਖਤਮ ਹੋ ਜਾਣਗੇ। ਜਦੋਂ ਸਮਾਜ ਦੇ ਨਾਲ ਇੱਕ ਸੁਰ ਹੋ ਕੇ ਬੰਦਾ ਜਿਉਂਦਾ ਹੈ, ਉਹ ਸਮਾਜਿਕ ਵਿਵਸਥਾ ਨੂੰ ਪੈਦਾ ਕੌਣ ਕਰਦਾ ਹੈ? ਉਹ ਧਰਮ ਪੈਦਾ ਕਰਦਾ ਹੈ। ਧਰਮ ਇੱਥੇ ਮਜ਼ਹਬ ਨਹੀਂ ਹੈਗਾ, ਧਰਮ ਇੱਥੇ ਉਹ ਡਿਊਟੀ ਹੈ। ਧਰਮ ਉਹ ਖੰਡ ਹੈ ਜਿਹੜਾ ਪਹਿਲਾ ਹੈ, ਬੰਦੇ ਦੇ ਵਿਕਾਸ ਦਾ ਪਹਿਲਾ ਖੰਡ ਹੈ। ਉਹਦੇ ਵਿੱਚ ਫਿਰ ਅੱਗੇ ਗਿਆਨ ਖੰਡ ਵੀ ਆਉਂਦਾ ਹੈ। ਮੈਂ ਇਹ ਸਮਝਦਾ ਕਿ ਇਹ ਜਿਹੜਾ ਸੈਮੀਨਾਰ ਹੈ, ਉਸ ਦੇ ਅੰਦਰ ਸਾਨੂੰ ਇਹ ਗੱਲ ਵਿਚਾਰਨ ਦੇ ਲਈ ਇੱਕ ਬਹੁਤ ਵੱਡਾ ਸੱਦਾ ਹੈ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬਾਨ ਨੇ, ਭਗਤਾਂ ਨੇ ਕੁੱਲ ਮਿਲਾ ਕੇ ਜਿਹੜਾ ਗੁਰਬਾਣੀ ਦਾ ਪ੍ਰਵਚਨ ਹੈ ਗਿਆਨ ਦਾ, ਉਸ ਨੇ ਸਾਨੂੰ ਜਿਉਣ ਦਾ ਸਲੀਕਾ ਕੀ ਦੱਸਿਆ। ਉਹਨੇ ਸਲੀਕਾ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਰਚਨਾ ਗੁਰੂ ਨਾਨਕ ਦੇਵ ਜੀ ਦੀ, ਉਹ ਦੱਸਦੇ ਨੇ ਕਿ ਕਿਸ ਤਰ੍ਹਾਂ ਦਾ ਜਿਹੜਾ ਜੀਵਨ ਢੰਗ ਹੈ, ਉਹਦੇ ਵਿੱਚ ਗਿਆਨ ਦੀ ਕੀ ਭੂਮਿਕਾ ਹੈ। ਉਹ ਕਹਿੰਦੇ ਨੇ ਕਿ ਦੋ ਹੀ ਤਰ੍ਹਾਂ ਦੇ ਬੰਦੇ ਨੇ, ਇੱਕ ਕਹਿ ਜਾਣਨ, ਕਹਿਆ ਬੁੱਝਣ ਤੇ ਨਰ ਸੁਗੜ ਸਰੂਪ। ਇੱਕ ਉਹ ਬੰਦੇ ਨੇ ਜਿਹੜੇ ਕਹਿਣਾ ਜਾਣਦੇ ਨੇ ਤੇ ਆਖੀ ਹੋਈ ਗੱਲ ਨੂੰ ਬੁੱਝ ਸਕਦੇ ਨੇ। ਇਹ ਗਿਆਨ ਹੈ, ਇਹ ਗਿਆਨ ਦੀ ਪ੍ਰੈਕਟਿਸ ਹੈ। ਇਹੀ ਗਿਆਨ, ਹੋਰ ਕੋਈ ਗਿਆਨ ਹੈ ਹੀ ਨਹੀਂ। ਕਹਿਣਾ ਤੇ ਬੁੱਝਣਾ। ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਐ, ਭਾਲ ਰਹੇ ਹਮ ਰਹਿਣ ਨਾ ਪਾਇਆ, ਜੀਵਤਿਆਂ ਮਰ ਰਹੀ ਹੈ। ਇਹ ਸਾਡਾ ਗਿਆਨ ਦਾ ਪ੍ਰਵਚਨ ਹੈ ਅਤੇ ਇਹਦੇ ਵਿੱਚ ਗਿਆਨ ਦੀ ਸਾਰਥਕਤਾ ਪਈ ਹੋਈ ਹੈ। ਦੂਜੇ ਬੰਦੇ ਉਹਨਾਂ ਨੇ ਜਿਹੜੀ ਗੱਲ ਕਹੀ ਉਹ ਬੜੀ ਖੂਬਸੂਰਤ ਹੈ ਕਿ ਇੱਕ ਇੱਕ ਨੈਗੇਟਿਵਲੀ ਪੋਜ਼ੀਟਿਵ ਗੱਲ ਦੱਸ ਰਹੇ ਨੇ। ਇੱਕ ਤਾਂ ਉਹ ਨੇ ਨਾ ਕਿ ਜਿਨ੍ਹਾਂ ਦੇ ਕੋਲ ਜਿਹੜਾ ਕਹਿਣ ਦੀ ਯੋਗਤਾ ਹੈ, ਸਮਝਣ ਦੀ ਯੋਗਤਾ। ਦੂਸਰੇ ਉਹ ਨੇ, ਇੱਕ ਨਾ ਨਾਦ, ਨਾ ਵੇਦ, ਨਾ ਗੀ ਰਸ। ਇੱਕ ਉਹ ਨੇ ਨਾ ਜਿਨ੍ਹਾਂ ਕੋਲ ਨਾਦ ਦੀ ਸੂਝ ਹੈ, ਨਾ ਜਿਨ੍ਹਾਂ ਕੋਲ ਵੇਦ ਹੈ, ਵੇਦ ਮੀਨਸ ਗਿਆਨ ਹੈ। ਇੱਕ ਨਾ ਨਾਦ, ਨਾ ਵੇਦ, ਨਾ ਗੀ ਰਸ, ਰਸ ਕਸ ਨਾ ਜਾਣਨ। ਇੱਕ ਨਾ ਸਿੱਧ, ਨਾ ਬੁੱਧ, ਨਾ ਅਕਲ ਸਰ, ਅੱਖਰ ਕਾ ਭੇਓ ਨਾ ਲਹੰਤ। ਕਿੰਨੀ ਖੂਬਸੂਰਤ ਗੱਲ ਕੀ ਹੈ ਕਿ ਜਿਨ੍ਹਾਂ ਨੂੰ ਅੱਖਰ ਦਾ ਭੇਦ ਨਹੀਂ ਹੈਗਾ। ਹੁਣ ਅੱਖਰ ਹੈ, ਅੱਖਰੀ ਗਿਆਨ, ਗੀਤ ਗੁਣ ਗਾ। ਅੱਖਰਾਂ ਦੇ ਵਿੱਚ ਰਾਹੀਂ ਗਿਆਨ ਪ੍ਰਾਪਤ ਹੁੰਦਾ ਅਤੇ ਉਹ ਸ਼ਬਦ ਬਣਦਾ। ਸ਼ਬਦ ਕੀ ਹੈ? ਸ਼ਬਦ ਹੈਗਾ ਪ੍ਰਵਚਨ। ਕਿ ਇਸ ਯੋਗਤਾ ਦੇ ਨਾਲ ਜਿਹੜੇ ਨਹੀਂ ਜਿਉਂਦੇ ਉਹ ਕੌਣ ਨੇ? ਨਾਨਕ ਤੇ ਨਰ ਅਸਲ ਖਰ,
ਜੇ ਬਿਨ ਗੁਣ ਗਰਵ ਕਰਨ। ਉਹ ਤਾਂ ਫਿਰ ਜਾਨਵਰ ਹੀ ਹੋਏ। ਇਨਸਾਨ ਦੀ ਇਨਸਾਨੀਅਤ, ਮਾਨਵ ਦੀ ਮਾਨਵਤਾ ਇਸ ਗੱਲ ਦੇ ਵਿੱਚ ਹੈ ਕਿ ਉਹ ਗਿਆਨ ਦੇ ਰਾਹੀਂ ਆਪਣੇ ਆਪ ਨਾਲ, ਆਪਣੇ ਸੰਸਾਰ ਨਾਲ, ਬ੍ਰਹਿਮੰਡ ਦੇ ਨਾਲ ਸੰਚਾਰ ਕਰ ਸਕੇ ਅਤੇ ਉਹਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਧਾਰਨ ਕਰ ਸਕੇ, ਗ੍ਰਹਿਣ ਕਰ ਸਕੇ, ਇੱਕ ਦਿਸ਼ਾ ਦੇ ਸਕੇ। ਪਹਿਲਾ ਜਿਹੜਾ ਸੈਮੀਨਾਰ 1991 ਵਿੱਚ ਹੋਇਆ ਸੀ, ਉਸ ਦਾ ਵਿਸ਼ਾ ਸੀ 21ਵੀਂ ਸਦੀ ਦੇ ਮਾਨਵ ਅਤੇ ਸਮਾਜ ਦੀ ਸਿਰਜਣਾ ਲਈ ਗੁਰੂ ਗ੍ਰੰਥ ਸਾਹਿਬ ਦੀ ਸਾਰਥਕਤਾ ਅਤੇ ਪ੍ਰਾਸੰਗਿਕਤਾ। ਬਹੁਤ ਵੱਡਾ ਟਾਈਟਲ ਸੀ, ਬਹੁਤ ਹੀ ਮਹੱਤਵਪੂਰਨ ਟਾਈਟਲ ਸੀ। ਉਹਦੀ ਕਿਤਾਬ ਛਾਪੀ ਗਈ ਹੈ ਬਾਅਦ ਵਿੱਚ। ਉਹਦੇ 'ਚ ਵੀ ਇਸ ਤਰ੍ਹਾਂ ਹੀ ਵੱਖ-ਵੱਖ ਧਰਮਾਂ ਦੇ, ਵੱਖ-ਵੱਖ ਸੰਪਰਦਾਇਆਂ ਦੇ ਵਿਦਵਾਨਾਂ ਨੇ ਕੰਟਰੀਬਿਊਟ ਕੀਤਾ ਸੀ ਕਿ ਇੱਕ ਡਾਇਲੋਗ ਦੇ ਵਿੱਚ ਜੁੜ ਕੇ ਇੱਕ ਗਿਆਨ ਦਾ ਪ੍ਰਵਚਨ ਪੇਸ਼ ਕੀਤਾ ਸੀ। ਇਸ ਧਰਤੀ ਦੇ ਉੱਪਰ ਜਿਹੜੀ ਜਵੱਦੀ ਟਕਸਾਲ ਹੈ, ਮੈਂ ਸਮਝਦਾ ਕਿ ਇੱਕ ਨਵੀਂ ਸੰਸਥਾ ਹੈ ਗਿਆਨ ਦੀ। ਇਸ ਦੇ ਅੱਗੇ ਮੈਂ ਨਤਮਸਤਕ ਹਾਂ ਔਰ ਸਾਨੂੰ ਸਾਰਿਆਂ ਨੂੰ ਇਸ ਦਾ ਆਦਰ ਕਰਨਾ ਚਾਹੀਦਾ। ਬਹੁਤੀਆਂ ਗੱਲਾਂ ਮੈਂ ਨਹੀਂ ਕਰਾਂਗਾ ਕਿਉਂਕਿ ਮੇਰੇ ਤੋਂ ਪਹਿਲਾਂ ਡਾਕਟਰ ਜੋਧ ਸਿੰਘ ਹੋਰਾਂ ਨੇ ਜਿਹੜਾ ਕੁੰਜੀਬੱਧ ਭਾਸ਼ਣ ਦਿੱਤਾ ਸੀ, ਬਹੁਤ ਅਧਿਕਾਰੀ ਵਿਦਵਾਨ ਨੇ, ਉਹਨਾਂ ਦੀਆਂ ਗੱਲਾਂ ਦੇ ਨਾਲ ਮੈਂ ਸਹਿਮਤੀ ਪ੍ਰਗਟਾਉਂਦਾ। ਉਹਨਾਂ ਦੀ ਗੱਲਾਂ ਨੂੰ ਮੇਰੀਆਂ ਗੱਲਾਂ ਸਮਝ ਲਿਆ ਜਾਵੇ। ਬਹੁਤ ਬਹੁਤ ਧੰਨਵਾਦ।